ਚੰਡੀਗੜ੍ਹ ਦੇ ਵਿੱਚ ਹਰਿਆਣਾ ਕੈਡਰ ਦੀ ਐਸਐਸਪੀ ਲਗਾਏ ਜਾਣ ਦੇ ਉੱਤੇ ਪੰਜਾਬ ਦਾ ਸਖਤ ਇਤਰਾਜ਼। ਸੀਐਮ ਮਾਨ ਨੇ ਰਾਜਪਾਲ ਨੂੰ ਲਿਖੀ ਚਿੱਠੀ, ਪੁੱਛਿਆ ਸਮੇਂ ਤੇ ਕਿਉਂ ਨਹੀਂ ਦਿੱਤੀ ਇਤਲਾਹ, ਇਸ ਤਰ੍ਹਾਂ ਤਾਂ ਖਤਮ ਹੋ ਜਾਵੇਗਾ ਬੈਲੈਂਸ। ਬਲਜੀਤ ਸਿੰਘ ਦਾਦੂਵਾਲ ਨੇ ਛੱਡੀ ਐਚਐਸਜੀਐਮਸੀ ਦੀ ਪ੍ਰਧਾਨਗੀ, ਕਿਹਾ 21 ਨੂੰ ਚੁਣਿਆ ਜਾਵੇਗਾ ਕਮੇਟੀ ਦਾ ਨਵਾਂ ਪ੍ਰਧਾਨ, ਮੁੜ ਤੋਂ ਠੋਕੀ ਦਾਅਵੇਦਾਰੀ। ਫਿਲਮਾਂ ਦੇ ਵਿੱਚ ਗੁਰੂਆਂ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੀ ਪੇਸ਼ਕਾਰੀ ਦੇ ਉੱਤੇ ਬੈਨ, ਐਸਜੀਪੀਸੀ ਦਾ ਵੱਡਾ ਫੈਸਲਾ। ਗੁਰੂਆਂ ਦੇ ਨਾਲ ਜੁੜੇ ਕਿਰਦਾਰ ਦਿਖਾਉਣ ਤੇ ਵੀ ਸਖਤ ਪਾਬੰਦੀ, ਧਰਮ ਪ੍ਰਚਾਰ ਕਮੇਟੀ ਦੇ ਵਿੱਚ ਫੈਸਲਾ। ਨਾਭਾ ਜੇਲ੍ਹ ਦੇ ਵਿੱਚ ਮੁੱਖ ਮੰਤਰੀ ਮਾਨ ਦੀ ਅਚਨਚੇਤ ਰੇਡ, ਜੇਲ੍ਹ ਪ੍ਰਬੰਧਾਂ ਦਾ ਲਿਆ ਜਾਇਜ਼ਾ, ਬੋਲੇ ਜੇਲ੍ਹਾਂ ਦੇ ਵਿੱਚ ਕਈ ਕਮੀਆਂ ਪਰ ਦੂਰ ਕਰਨ ਦੇ ਲਈ ਕੰਮ ਕਰ ਰਹੀ ਹੈ ਸਾਡੀ ਸਰਕਾਰ। ਹੁਸ਼ਿਆਰਪੁਰ ਦੇ ਵਿੱਚ ਟਲਿਆ ਵੱਡਾ ਹਾਦਸਾ, ਟ੍ਰੇਨ ਡਰਾਈਵਰ ਨੇ ਦਿਖਾਈ ਸਮਝਦਾਰੀ, ਰੇਲ ਲਾਈਨ ਤੋਂ ਲੰਘਦੇ ਵਾਹਨ ਦੇਖ ਕੇ ਰੋਕੀ ਟ੍ਰੇਨ, ਫਾਟਕ ਬੰਦ ਨਾ ਹੋਣ ਕਰਕੇ ਹੋ ਰਹੀ ਸੀ ਆਵਾਜਾਈ। ਚਲਦੀ ਗੱਡੀ ਦੇ ਵਿੱਚ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਲੁਧਿਆਣਾ ਫਿਰੋਜ਼ਪੁਰ ਹਾਈਵੇ ਤੇ ਬੇਕਾਬੂ ਹੋਈ ਕਾਰ, ਹਸਪਤਾਲ ਪਹੁੰਚਿਆ ਸ਼ਖਸ। ਸੀਨੀਅਰ ਅਕਾਲੀ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦਾ ਦੇਹਾਂਤ ਤੇ ਚੰਡੀਗੜ੍ਹ ਪੀਜੀਆਈ ਦੇ ਵਿੱਚ ਲਏ ਆਖਰੀ ਸਾਹ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜਤਾਇਆ ਦੁੱਖ। ਬੁੱਧਵਾਰ ਦੁਪਹਿਰ 2 ਵਜੇ ਜੱਦੀ ਪਿੰਡ ਬ੍ਰਹਮਪੁਰਾ ਦੇ ਵਿੱਚ ਹੋਵੇਗਾ ਅੰਤਿਮ ਸੰਸਕਾਰ। ਸਤਿ ਸ੍ਰੀ ਅਕਾਲ, ਸਵਾਗਤ ਹੈ, ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਹਾਜ਼ਰ ਹਾਂ। ਫਰਕ ਤਾਂ ਪੈਂਦਾ ਹੈ ਲੈ ਕੇ, ਜਦੋਂ ਸਰਕਾਰੀ ਬੱਸਾਂ ਦੇ ਨਾਲ-ਨਾਲ ਪ੍ਰਾਈਵੇਟ ਬੱਸਾਂ ਵੀ ਸੂਬੇ ਤੋਂ ਬਾਹਰ ਜਾ ਰਹੀਆਂ ਹੋਣ ਤੇ ਉਹਨਾਂ ਦੇ ਉੱਤੇ ਲਗਾ ਦਿੱਤੀ ਜਾਵੇ ਬ੍ਰੇਕ, ਯਾਨੀ ਕਿ ਰੋਕ, ਯਾਨੀ ਕਿ ਬੈਨ, ਫਿਰ ਫਰਕ ਤਾਂ ਪੈਂਦਾ ਹੈ। ਜੀ ਹਾਂ, ਪੰਜਾਬ ਸਰਕਾਰ ਨੇ ਹੁਣ ਚੰਡੀਗੜ੍ਹ ਦੇ ਵਿੱਚ ਬਾਦਲਾਂ ਦੀਆਂ ਬੱਸਾਂ ਦੀ ਐਂਟਰੀ ਨੂੰ ਬੈਨ ਕਰ ਦਿੱਤਾ ਤੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਨਵੇਂ ਹੁਕਮ ਸੁਣਾਉਂਦਿਆਂ ਨਿੱਜੀ ਬੱਸਾਂ ਦੇ ਚੰਡੀਗੜ੍ਹ ਦੇ ਵਿੱਚ ਦਾਖਲ ਹੋਣ ਦੇ ਉੱਤੇ ਰੋਕ ਲਗਾ ਦਿੱਤੀ ਹੈ। ਇਹਨਾਂ 'ਚ ਬਾਦਲਾਂ ਦੀ ਨਿੱਜੀ ਬੱਸਾਂ ਵੀ ਸ਼ਾਮਲ ਨੇ, ਜਦਕਿ ਹੁਣ ਸਿਰਫ ਪੰਜਾਬ ਸਰਕਾਰ ਦੀਆਂ ਬੱਸਾਂ ਹੀ ਚੰਡੀਗੜ੍ਹ ਦੇ ਵਿੱਚ ਦਾਖਲ ਹੋ ਸਕਣਗੀਆਂ। ਮੰਤਰੀ ਸਾਹਿਬ ਦਾ ਇਲਜ਼ਾਮ ਹੈ ਕਿ ਅਕਾਲੀ ਦਲ ਅਤੇ ਕਾਂਗਰਸ ਨੇ ਮਿਲੀਭੁਗਤ ਦੇ ਨਾਲ ਨਿੱਜੀ ਬੱਸਾਂ ਨੂੰ ਚੰਡੀਗੜ੍ਹ 'ਚ ਐਂਟਰੀ ਦਿੱਤੀ, ਜਿਸ ਨਾਲ ਸਰਕਾਰੀ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ। ਸਰਕਾਰ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਸਰਕਾਰ ਨੇ ਇੰਟਰਸਟੇਟ ਰੂਟਾਂ ਦੇ ਉੱਤੇ ਨਿੱਜੀ ਬੱਸ ਆਪਰੇਟਰਾਂ ਦਾ ਏਕਾਧਿਕਾਰ ਖਤਮ ਕਰ ਦਿੱਤਾ ਹੈ ਤੇ ਇਸ ਫੈਸਲੇ ਦੇ ਨਾਲ ਨਿੱਜੀ ਬੱਸ ਮਾਫੀਆ ਨੂੰ ਲਗਾਮ ਲੱਗ ਸਕੇਗੀ। ਟਰਾਂਸਪੋਰਟ ਮੰਤਰੀ ਨੇ ਐਲਾਨ ਕੀਤਾ ਕਿ ਹੁਣ ਅੰਤਰਰਾਜੀ ਰੂਟਾਂ ਤੇ ਸਟੇਟ ਟਰਾਂਸਪੋਰਟ ਦੇ ਵੱਲੋਂ ਹੀ 에ਅਰ ਕੰਡੀਸ਼ਨਡ ਬੱਸਾਂ ਚਲਾਈਆਂ ਜਾਣਗੀਆਂ, ਜੋ ਕਿ 100% ਸਰਕਾਰੀ ਸ਼ੇਅਰ ਦੇ ਨਾਲ ਚੱਲਣਗੀਆਂ। ਹੁਣ ਇਹ ਸਵਾਲ ਜ਼ਰੂਰ ਬਰਕਰਾਰ ਹੈ ਕਿ ਜਿਹੜੇ ਪ੍ਰਾਈਵੇਟ ਬੱਸਾਂ ਦੇ ਵਿੱਚ ਸਫ਼ਰ ਕਰ ਰਹੇ ਸੀ, ਪ੍ਰਾਈਵੇਟ ਬੱਸਾਂ ਜੇਕਰ ਅੰਤਰਰਾਜੀ ਨਹੀਂ ਰੂਟ ਦੇ ਉੱਤੇ ਜਾਣਗੀਆਂ, ਯਾਨੀ ਕਿ ਜੇਕਰ ਕੋਈ ਲੁਧਿਆਣਾ ਅੰਬਾਲਾ ਚੱਲ ਰਹੀ ਸੀ ਬੰਦ ਹੋ ਜਾਏਗੀ, ਬਠਿੰਡਾ ਸਿਰਸਾ ਪ੍ਰਾਈਵੇਟ ਬੱਸ ਚੱਲ ਰਹੀ ਸੀ ਬੰਦ ਹੋ ਜਾਏਗੀ, ਜੇਕਰ ਕੋਈ ਹਿਮਾਚਲ ਵਾਲੇ ਪਾਸੇ ਜਾ ਰਹੀ ਸੀ ਤਾਂ ਉਹ ਵੀ ਰੂਟ ਬੰਦ ਹੋ ਜਾਣਗੇ। ਤਾਂ ਫਿਰ ਸਰਕਾਰੀ ਬੱਸਾਂ ਦੇ ਨਾਲ ਕਿ ਲੋਕਾਂ ਨੂੰ ਮੰਜ਼ਿਲ ਦੇ ਉੱਤੇ ਸਮੇਂ ਤੇ ਪਹੁੰਚਾਇਆ ਜਾ ਸਕੇਗਾ, ਇਹ ਵੀ ਸਵਾਲ ਬਰਕਰਾਰ ਹੈ। ਅੱਗੇ ਵਧਦੇ ਤੇ ਗੱਲ ਚੰਡੀਗੜ੍ਹ ਦੀ ਕਰਾਂਗੇ। ਚੰਡੀਗੜ੍ਹ ਦੇ ਵਿੱਚ ਐਸਐਸਪੀ ਵਿਵਾਦ ਡੂੰਘਾ ਹੁੰਦਾ ਤੇ ਗਰਮਾਉਂਦਾ ਜਾ ਰਿਹਾ ਹੈ। ਹਰਿਆਣਾ ਕੈਡਰ ਦੀ ਐਸਐਸਪੀ ਦੀ ਨਿਯੁਕਤੀ ਤੋਂ ਮੁੱਖ ਮੰਤਰੀ ਭਗਵੰਤ ਮਾਨ ਖਫਾ ਨੇ, ਉਹਨਾਂ ਨੇ ਇਤਰਾਜ਼ ਵੀ ਜਤਾਇਆ। ਮੁੱਖ ਮੰਤਰੀ ਮਾਨ ਨੇ ਗ੍ਰਹਿ ਮੰਤਰਾਲੇ ਤੇ ਰਾਜਪਾਲ ਨੂੰ ਚਿੱਠੀ ਲਿਖ ਕੇ ਐਸਐਸਪੀ ਦੀ ਨਿਯੁਕਤੀ ਨੂੰ ਲੈ ਕੇ ਇਤਰਾਜ਼ ਜਤਾਇਆ। ਇਸ ਚਿੱਠੀ ਦੇ ਵਿੱਚ ਸੀਐਮ ਨੇ ਕਿਹਾ ਕਿ ਹੁਣ ਤੱਕ ਚੰਡੀਗੜ੍ਹ ਦੇ ਵਿੱਚ ਪੰਜਾਬ ਕੈਡਰ ਦਾ ਹੀ ਐਸਐਸਪੀ ਨਿਯੁਕਤ ਹੁੰਦਾ ਰਿਹਾ ਹੈ ਅਤੇ ਡੀਸੀ ਹਰਿਆਣਾ ਕੈਡਰ ਦਾ। ਮੈਂ ਹੈਰਾਨ ਹਾਂ ਕਿ ਇਸ ਵਾਰ ਚੰਡੀਗੜ੍ਹ ਦੇ ਐਸਐਸਪੀ ਦੇ ਅਹੁਦੇ ਦੇ ਉੱਤੇ ਕਿਸੇ ਹਰਿਆਣਾ ਕੈਡਰ ਦੇ ਅਫਸਰ ਨੂੰ ਨਿਯੁਕਤ ਕਰ ਦਿੱਤਾ ਗਿਆ। ਉਹਨਾਂ ਨੇ ਬਿਨਾਂ ਕਿਸੇ ਅਗਾਊਂ ਸੂਚਨਾ ਦੇ ਰਾਤ ਨੂੰ 10 ਵਜੇ ਆਰਡਰ ਕਰਤੇ। ਸੋ ਅਸੀਂ MHA ਕੋਲ ਵੀ ਇਹ ਚਿੱਠੀ ਲਿਖੀ ਹੈ ਕਿ ਸਾਨੂੰ ਤਾਂ ਘੱਟੋ ਘੱਟ ਪਹਿਲਾਂ ਸਾਡੇ ਨਾਲ ਕੰਸਰਨ ਕਰ ਲੈਣ। ਉਧਰ ਕਾਂਗਰਸ ਦੇ MP ਰਵਨੀਤ ਬਿੱਟੂ ਇਸ ਮੁੱਦੇ ਨੂੰ ਪਾਰਲੀਮੈਂਟ ਦੇ ਵਿੱਚ ਚੁੱਕਣ ਦੀ ਤਿਆਰੀ ਦੇ ਵਿੱਚ ਨੇ। ਆਮ ਆਦਮੀ ਨਿਕੰਮੀ ਸਰਕਾਰ, ਮੈਂ ਸਮਝਦਾ ਕੋਈ ਵਰਡ ਨਹੀਂਗਾ ਮੇਰੇ ਕੋਲ ਜਿਹੜਾ ਇਹਨਾਂ ਲਈ ਕਹਿ ਕਦੇ ਇਹ ਹੋਇਆ ਹੈ। 2 ਦਿਨ ਪਹਿਲਾਂ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਮਿਲ ਕੇ ਗਏ ਆ ਤੇ ਸੈਂਟਰ ਗਵਰਨਮੈਂਟ ਦੀ ਕੀ ਹਿੰਮਤ ਹੋ ਜੇ ਵੀ ਪੰਜਾਬ ਦੇ ਉਹ ਐਸਐਸਪੀ ਨੂੰ ਛੇੜ ਦੇਣ ਬਗੈਰ ਕਿਸੇ ਨੂੰ ਦੱਸੇ ਦੇ। ਚੰਡੀਗੜ੍ਹ ਦੇ ਐਸਐਸਪੀ ਕੁਲਦੀਪ ਸਿੰਘ ਚਾਹਲ ਦਾ ਕਾਰਜਕਾਲ ਖਤਮ ਹੋਣ ਤੋਂ 9 ਮਹੀਨੇ ਪਹਿਲਾਂ ਹੀ ਚੰਡੀਗੜ੍ਹ ਤੋਂ ਉਹਨਾਂ ਨੂੰ ਰਿਲੀਵ ਕਰਕੇ ਪੰਜਾਬ ਭੇਜ ਦਿੱਤਾ ਗਿਆ। ਗ੍ਰਹਿ ਮੰਤਰਾਲੇ ਨੇ ਚਿੱਠੀ ਜਾਰੀ ਕਰਕੇ ਐਸਐਸਪੀ ਨੂੰ ਫੌਰੀ ਪ੍ਰਭਾਵ ਤੋਂ ਰਿਲੀਵ ਕਰਨ ਦੇ ਆਦੇਸ਼ ਦਿੱਤੇ।
ਉਸ ਵੇਲੇ ਤੱਕ ਐਸਐਸਪੀ ਟ੍ਰੈਫਿਕ ਮਨੀਸ਼ਾ ਚੌਧਰੀ ਨੂੰ ਵਾਧੂ ਚਾਰਜ ਸੌਂਪਿਆ ਗਿਆ ਹੈ। ਤਾਂ ਐਸਐਸਪੀ ਦੀ ਨਿਯੁਕਤੀ ਦੇ ਉੱਤੇ ਵਿਵਾਦ ਹੋ ਰਿਹਾ ਹੈ। ਚੰਡੀਗੜ੍ਹ ਦੇ ਮੁੱਦੇ ਦੇ ਉੱਤੇ ਪੰਜਾਬ ਹਰਿਆਣਾ ਸੈਂਟਰ ਸਭ ਆਮੋ ਸਾਹਮਣੇ ਨਜ਼ਰ ਆਉਂਦੇ ਨੇ। ਅਗਲੀ ਖਬਰ ਦਾ ਰੁਖ ਕਰਦੇ ਹਾਂ। ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅਚਨਚੇਤ ਛਾਪੇਮਾਰੀ ਤੇ ਸੀਐਮ ਮਾਨ ਦਾ ਹੈਲੀਕਾਪਟਰ ਅਚਾਨਕ ਜੇਲ੍ਹ ਦੇ ਵਿੱਚ ਉਤਰਿਆ ਤਾਂ ਅਧਿਕਾਰੀਆਂ ਨੂੰ ਭੱਜਣਾ ਪੈ ਗਈਆਂ। ਸੀਐਮ ਨੇ ਅਧਿਕਾਰੀਆਂ ਸਣੇ ਜੇਲ੍ਹ ਦੇ ਵਿੱਚ ਬੰਦ ਕੈਦੀਆਂ ਦੇ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਦੀਆਂ ਵੀ ਸਮੱਸਿਆਵਾਂ ਸੁਣੀਆਂ। ਸੀਐਮ ਮਾਨ ਮੁਤਾਬਕ ਜੇਲ੍ਹਾਂ ਦੇ ਵਿੱਚ ਕਈ ਕਮੀਆਂ ਨੇ ਜਿਨ੍ਹਾਂ ਨੂੰ ਦੂਰ ਕਰਨ ਦੇ ਲਈ ਪੰਜਾਬ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਇਸ ਦੌਰਾਨ ਸੀਐਮ ਨੇ ਜੇਲ੍ਹਾਂ 'ਚ ਸੁਰੱਖਿਆ 'ਚ ਕੋਤਾਹੀ ਲਈ ਅਧਿਕਾਰੀਆਂ ਤੇ ਸਟਾਫ ਨੂੰ ਨਿੱਜੀ ਤੌਰ ਤੇ ਜ਼ਿੰਮੇਵਾਰ ਦੱਸਿਆ। ਹਾਈਟੈਕ ਜੇਲ੍ਹਾਂ ਜਿਹੜਾ ਕਰਾਂਗੇ ਤਾਂ ਕਿ ਜੇਲ੍ਹਾਂ ਦੇ ਵਿੱਚੋਂ ਕੋਈ ਕ੍ਰਾਈਮ ਨਾ ਹੋਵੇ, ਅੰਦਰੋਂ ਕ੍ਰਾਈਮ ਨਾ ਹੋਵੇ, ਕੋਈ ਕਿ ਅੰਦਰੋਂ ਆਰਡਰ ਦਿੱਤੇ ਜਾ ਰਹੇ ਨੇ, ਬਾਹਰ ਕੋਈ ਕ੍ਰਾਈਮ ਹੋ ਰਿਹਾ। ਤੋ ਜੈਮਰ ਵੀ ਲੱਗਣਗੇ ਔਰ ਸੀਸੀਟੀਵੀ ਕੈਮਰੇ ਵੀ ਲੇਟੈਸਟ ਟੈਕਨੋਲੋਜੀ ਦੇ, ਔਰ ਪੁਲਿਸ ਨੂੰ ਵੀ ਜਿਹੜਾ ਹੈ ਉਹ ਜ਼ਿਆਦਾ ਹੋਰ ਸਤਰਕ ਲੈਣ ਵੀ ਕਿਹਾ ਗਿਆ, ਔਰ ਜੇਲ੍ਹ ਵਾਸਤੇ ਜਿਹੜਾ ਸਟਾਫ ਹੈ ਉਹਦੇ ਵਿੱਚ ਵੀ ਵਾਧਾ ਕੀਤਾ ਜਾਊਗਾ। ਦੱਸ ਦਈਏ ਕਿ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਆਏ ਦਿਨ ਨਸ਼ਾ ਤੇ ਮੋਬਾਈਲ ਬਰਾਮਦ ਹੋਣ ਦੀਆਂ ਖਬਰਾਂ ਸੁਰਖੀਆਂ ਬਣਦੀਆਂ ਰਹਿੰਦੀਆਂ ਨੇ, ਜਿਸ ਕਾਰਨ ਹੁਣ ਖੁਦ ਸੀਐਮ ਨੇ ਜੇਲ੍ਹ ਪ੍ਰਬੰਧਾਂ ਦੇ ਸੁਧਾਰ ਦਾ ਮੋਰਚਾ ਵੀ ਸੰਭਾਲਿਆ ਹੈ। ਖੈਰ ਜੇਲ੍ਹਾਂ ਤਾਂ ਖੂਬ ਸੁਰਖੀਆਂ ਦੇ ਵਿੱਚ ਨੇ, ਲਗਾਤਾਰ ਉੱਥੋਂ ਮੋਬਾਈਲ ਫੋਨ ਤੇ ਨਸ਼ਾ ਬਰਾਮਦ ਹੁੰਦਾ ਹੈ, ਪਰ ਮੁੱਖ ਮੰਤਰੀ ਜਦੋਂ ਖੁਦ ਪਹੁੰਚ ਜਾਣ, ਕਮੀਆਂ ਦਾ ਜ਼ਿਕਰ ਕਰਨ, ਦੂਰ ਕਮੀਆਂ ਇਹ ਕਰਨ ਦਾ ਭਰੋਸਾ ਦੇਣ, ਫਿਰ ਫਰਕ ਤਾਂ ਪੈਂਦਾ ਹੈ। ਉਧਰ ਐਸਜੀਪੀਸੀ ਨੇ ਫਿਲਮਾਂ ਦੇ ਵਿੱਚ ਗੁਰੂ ਸਾਹਿਬ ਜਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਕਿਰਦਾਰ ਦਿਖਾਉਣ ਦੇ ਉੱਤੇ ਪੂਰਨ ਤੌਰ ਦੇ ਨਾਲ ਰੋਕ ਲਗਾ ਦਿੱਤੀ। ਤੇ ਫੈਸਲਾ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਾਲੀ ਧਰਮ ਪ੍ਰਚਾਰ ਕਮੇਟੀ ਦੀ ਬੈਠਕ ਦੇ ਵਿੱਚ ਲਿਆ ਗਿਆ। ਫੈਸਲੇ ਦੇ ਮੁਤਾਬਿਕ ਹੁਣ ਗੁਰੂਆਂ ਦੇ ਨਾਲ ਜੁੜੇ ਕਿਰਦਾਰਾਂ ਜਾਂ ਪਰਿਵਾਰਕ ਮੈਂਬਰਾਂ ਨੂੰ ਫਿਲਮਾਂ ਦੇ ਵਿੱਚ ਪੇਸ਼ ਨਹੀਂ ਕੀਤਾ ਜਾ ਸਕੇਗਾ। ਇਸ ਦੇ ਉੱਤੇ ਪੂਰਨ ਪਾਬੰਦੀ ਹੈ ਤੇ ਇਹ ਪਾਬੰਦੀ ਅਗਲੇ ਹੁਕਮਾਂ ਤੱਕ ਜਾਰੀ ਰਹੇਗੀ। ਇਹ ਬੜੇ ਵੱਡੇ ਲੰਮੇ ਸਮੇਂ ਤੋਂ, ਕਿਉਂਕਿ ਜਦੋਂ ਪਵਿੱਤਰ 4 ਸਾਹਿਬਜ਼ਾਦਿਆਂ ਦੀ ਯਾਦ ਦੇ ਵਿੱਚ ਇਹ ਫਿਲਮ ਬਣਾਈ ਸੀ, ਉਸ ਵੇਲੇ ਲੋਕਾਂ ਨੇ ਸਲਾਹਿਆ ਸੀ ਤੇ ਫਿਰ ਜਿਹੜੇ ਗੁਰਮਤਿ ਦੇ ਧਾਰਨੀ ਸੀ ਉਹਨਾਂ ਨੇ ਇਸ ਗੱਲ ਤੇ ਫਿਰ ਇਹ ਕਿੰਤੂ ਵੀ ਕੀਤਾ ਸੀ ਵੀ ਇਹ ਜਿਹੜੇ ਕਰੈਕਟਰ ਐਵੇਂ ਨਹੀਂ ਦਿਖਾਉਣੇ ਚਾਹੀਦੇ। ਸੋ ਅੱਜ ਧਰਮ ਪ੍ਰਚਾਰ ਕਮੇਟੀ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮੁੱਚੇ ਤੌਰ ਤੇ ਮਤਾ ਪਾਇਆ ਵੀ ਇਹਨਾਂ ਤੇ ਅਗਲੇ ਹੁਕਮਾਂ ਤੱਕ ਬਿਲਕੁਲ ਜਿਹੜਾ ਆ ਉਹ ਬੈਨ ਕੀਤਾ ਜਾਊਗਾ। ਕਿਸੇ ਨੂੰ ਵੀ ਜਿਹੜੀ ਆ ਇਹ ਬਣਾਉਣ ਦੀ ਜਿਹੜੀ ਆਗਿਆ ਨਹੀਂ ਦਿੱਤੀ ਜਾਊਗੀ। ਤੇ ਕਮੇਟੀ ਪ੍ਰਧਾਨ ਦੇ ਮੁਤਾਬਕ ਐਨੀਮੇਟਡ ਤਰੀਕੇ ਦੇ ਨਾਲ ਬਣੀ 4 ਸਾਹਿਬਜ਼ਾਦੇ ਮੂਵੀ ਸਮੇਂ ਵੀ ਕੁਝ ਸਿੱਖਾਂ ਨੇ ਸਵਾਲ ਚੁੱਕੇ ਸਨ ਤੇ ਸਮੇਂ-ਸਮੇਂ ਤੇ ਸ਼੍ਰੋਮਣੀ ਕਮੇਟੀ ਦੇ ਕੋਲ ਵੱਖ-ਵੱਖ ਧਾਰਮਿਕ ਸੰਸਥਾਵਾਂ ਅਤੇ ਸੰਗਤਾਂ ਦੇ ਇਤਰਾਜ਼ ਪਹੁੰਚਦੇ ਰਹੇ ਨੇ, ਜਿਸ ਕਾਰਨ ਹੁਣ ਸਿੱਖ ਭਾਵਨਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਫਿਲਮਾਂ ਦੇ ਉੱਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਕਾਬਿਲੇ ਗੌਰ ਹੈ ਕਿ ਦਾਸਤਾਨ ਨੇ ਸਰਹੰਦ ਮੂਵੀ ਰਿਲੀਜ਼ ਹੋਣ ਵਾਲੀ ਸੀ, ਪਰ ਉਸ ਨੂੰ ਰੋਕ ਦਿੱਤਾ ਗਿਆ। ਉਸ ਦੇ ਉੱਤੇ ਇਤਰਾਜ਼ ਜਤਾਏ ਗਏ ਐਨੀਮੇਸ਼ਨ ਮੂਵੀ ਨੂੰ ਲੈ ਕੇ। ਕਾਬਲੇ ਗੌਰ ਵੀ ਹੈ ਕਿ ਇਸ ਤੋਂ ਪਹਿਲਾਂ 4 ਸਾਹਿਬਜ਼ਾਦੇ ਤੇ ਇੱਕ ਮੂਵੀ ਤੁਹਾਨੂੰ ਯਾਦ ਹੋਏਗਾ ਨਾਨਕ ਸ਼ਾਹ ਫਕੀਰ ਵੀ ਆਈ ਸੀ, ਉਸ ਨੂੰ ਲੈ ਕੇ ਵੀ ਖੂਬ ਵਿਵਾਦ ਹੋਇਆ ਸੀ। ਹਾਲਾਂਕਿ 4 ਸਾਹਿਬਜ਼ਾਦਿਆਂ ਦੇ ਉੱਤੇ ਬਣੀ ਮੂਵੀ ਖੂਬ ਸੁਰਖੀਆਂ 'ਚ ਰਹੀ ਔਰ ਖੂਬ ਲੋਕਾਂ ਨੇ ਪਸੰਦ ਵੀ ਕੀਤਾ। ਉਧਰ ਤਵਾਂਗ ਦੇ ਵਿੱਚ 9 ਦਸੰਬਰ ਨੂੰ ਭਾਰਤ ਅਤੇ ਚੀਨ ਦੇ ਫੌਜੀਆਂ ਦੇ ਵਿਚਾਲੇ ਹੋਈ ਝੜਪ ਦੇ ਉੱਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਪਾਰਲੀਮੈਂਟ ਦੇ ਵਿੱਚ ਜਵਾਬ ਦਿੱਤਾ। ਰਾਜਨਾਥ ਨੇ ਆਪਣੇ 3 ਮਿੰਟ ਦੇ ਜਵਾਬ ਦੇ ਵਿੱਚ ਕਿਹਾ ਕਿ ਹੱਥੋਂ-ਪਾਈ ਦੇ ਵਿੱਚ ਦੋਵੇਂ ਵਾਲੇ ਪਾਸੇ ਤੋਂ ਫੌਜੀਆਂ ਨੂੰ ਸੱਟਾਂ ਲੱਗੀਆਂ। ਸਾਡਾ ਕੋਈ ਫੌਜੀ ਨਹੀਂ ਮਾਰਿਆ ਗਿਆ। ਹਾਂ, 17,000 ਫੁੱਟ ਦੀ ਉਚਾਈ ਦੇ ਉੱਤੇ ਤਵਾਂਗ ਦੇ ਯਾਂਗਤਸੇ ਦੇ ਵਿੱਚ 9 ਦਸੰਬਰ ਨੂੰ 600 ਚੀਨੀ ਫੌਜੀਆਂ ਨੇ ਘੁਸਪੈਠ ਦੀ ਕੋਸ਼ਿਸ਼ ਜ਼ਰੂਰ ਕੀਤੀ ਸੀ, ਪਰ ਭਾਰਤੀ ਫੌਜ ਨੇ ਲਾਠੀ ਡੰਡਿਆਂ ਦੇ ਨਾਲ ਉਹਨਾਂ ਨੂੰ ਵਾਪਸ ਖਦੇੜ ਦਿੱਤਾ। दिसंबर 2022 को चाइनीज पीएलए ट्रुप्स ने तवांग सेक्टर के यांगसे एरिया में लाइन ऑफ एक्चुअल कंट्रोल पर अतिक्रमण कर स्टेटस को एक तरफा बदलने का प्रयास किया। फेस ऑफ में हाथापाई भी हुई और भारतीय सेना ने बहादुरी से पीएलए को हमारी टेरिटरी में अतिक्रमण करने से रोका और उन्हें उनकी पोस्ट पर वापस जाने के लिए मजबूर कर दिया। हमारे किसी भी सैनिक की न तो मृत्यु हुई है और न ही कोई गंभीर रूप से घायल। ਰਾਜਨਾਥ ਨੇ ਦੱਸਿਆ ਕਿ ਝੜਪ ਤੋਂ ਬਾਅਦ ਲੋਕਲ ਕਮਾਂਡਰ ਨੇ 11 ਦਸੰਬਰ ਨੂੰ ਚਾਈਨੀਜ਼ ਕਾਊਂਟਰ ਪਾਰਟ ਦੇ ਨਾਲ ਫਲੈਗ ਮੀਟਿੰਗ ਕੀਤੀ। ਚੀਨ ਨੂੰ ਅਜਿਹੇ ਐਕਸ਼ਨ ਦੇ ਲਈ ਮਨਾ ਕਰ ਦਿੱਤਾ ਗਿਆ ਸੀ ਤੇ ਸ਼ਾਂਤੀ ਬਣਾ ਕੇ ਰੱਖਣ ਨੂੰ ਕਿਹਾ ਹੈ। ਕੂਟਨੀਤਿਕ ਪੱਧਰ ਦੇ ਉੱਤੇ ਵੀ ਮੁੱਦਾ ਚੁੱਕਿਆ ਗਿਆ। चीनी पक्ष को इस तरह के एक्शंस के लिए मना किया गया और सीमा पर शांति बनाए रखने के लिए उन्हें कहा गया।
इस मुद्दे को चीनी पक्ष के साथ कूटनीतिक स्तर पर भी उठाया गया है। ਆਪਣੇ ਜਵਾਬ ਦੇ ਵਿੱਚ ਰਾਜਨਾਥ ਨੇ ਆਖਿਰ ਦੇ ਵਿੱਚ ਕਿਹਾ ਕਿ ਇਹ ਪਾਰਲੀਮੈਂਟ ਬਿਨਾਂ ਕਿਸੇ ਸੰਸ਼ੇ ਦੇ ਭਾਰਤੀ ਫੌਜ ਦੇ ਪਰਾਕਰਮ ਅਤੇ ਸਮਰੱਥਾ ਦਾ ਮਾਣ ਕਰੇਗੀ। ਤਾਂ ਭਾਰਤੀ ਫੌਜ ਦੇ ਜਵਾਨਾਂ ਨੇ ਇੱਕ ਵਾਰ ਫਿਰ ਤੋਂ ਖਦੇੜ ਦਿੱਤਾ ਹੈ ਔਰ ਬਹੁਤ ਸੈਂਸਿਟਿਵ ਇਲਾਕਾ ਜ਼ਰੂਰ ਹੈ ਔਰ ਚੀਨ ਦੇ ਨਾਲ ਇਹ ਜਿਹੜਾ ਸਰਹੱਦ ਵਿਵਾਦ ਹੈ ਇਹ ਵੀ ਖੂਬ ਪੁਰਾਣਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕਾਬਿਲੇ ਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਚੀਨ ਤੇ ਭਾਰਤ ਦੇ ਫੌਜੀ ਆਮੋ ਸਾਹਮਣੇ ਹੋ ਗਏ ਸਨ। ਹੁਣ ਅੱਗੇ ਵਧਦੇ ਹਾਂ ਤੇ ਵਾਰੀ ਅੱਜ ਦੇ ਸਵਾਲ ਦੀ। ਅੱਜ ਦਾ ਸਵਾਲ ਚੀਨ ਦੀਆਂ ਸਰਹੱਦਾਂ ਦੇ ਨਾਲ ਹੀ ਜੁੜਿਆ ਹੋਇਆ ਹੈ। ਚੀਨ ਦੀ ਇੱਕ ਹੱਦ ਭਾਰਤ ਦੇ ਨਾਲ ਲੱਗਦੀ ਹੈ, ਇੱਕ ਵੱਡਾ ਇਲਾਕਾ ਜਿਹੜਾ ਭਾਰਤ ਦਾ ਚੀਨ ਦੀ ਹੱਦ ਦੇ ਨਾਲ ਲੱਗਦਾ, ਕਈ ਸਟੇਟਸ ਆਉਂਦੀਆਂ ਨੇ। ਪਰ ਅੱਜ ਦਾ ਸਵਾਲ ਹੈ ਕਿ ਚੀਨ ਦੀਆਂ ਸਰਹੱਦਾਂ ਕਿੰਨੇ ਦੇਸ਼ਾਂ ਦੇ ਨਾਲ ਲੱਗਦੀਆਂ ਨੇ। ਚੀਨ ਇੱਕ ਬਹੁਤ ਵੱਡੀ ਕੰਟਰੀ ਹੈ ਤੇ ਵੱਖ-ਵੱਖ ਦੇਸ਼ਾਂ ਦੇ ਨਾਲ ਉਸ ਦੀਆਂ ਸਰਹੱਦਾਂ ਲੱਗਦੀਆਂ ਨੇ। ਤਾਂ ਉਹ ਕਿੰਨੀਆਂ ਕੰਟਰੀਜ਼ ਨੇ ਜਿਨ੍ਹਾਂ ਦੀ ਹੱਦ ਚੀਨ ਦੇ ਨਾਲ ਲੱਗਦੀ ਹੈ? ਚਾਰ ਆਪਸ਼ਨ ਤੁਹਾਨੂੰ ਦੇ ਰਹੇ ਹਾਂ। A 6 ਕੰਟਰੀਆਂ, B 9 ਦੇਸ਼, C 14 ਦੇਸ਼ ਜਾਂ ਫਿਰ D 18 ਦੇਸ਼। ਤੇ ਇਸ ਪ੍ਰੋਗਰਾਮ ਦੇ ਦੌਰਾਨ ਅਸੀਂ ਤੁਹਾਨੂੰ ਇਸ ਸਵਾਲ ਦਾ ਜਵਾਬ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿੰਨੇ ਦੇਸ਼ਾਂ ਦੇ ਨਾਲ ਸਰਹੱਦਾਂ ਲੱਗਦੀਆਂ ਨੇ ਚੀਨ ਦੀਆਂ। ਬਹੁਤ ਸਾਰਿਆਂ ਨਾਲ ਵਿਵਾਦ ਵੀ ਹੈ, ਉਹਨਾਂ ਦੇ ਵਿੱਚ ਇੱਕ ਤਿੱਬਤ ਵੀ ਹੈ, ਭਾਰਤ ਵੀ ਹੈ। ਤੇ ਟੋਟਲ ਕਿੰਨੇ ਦੇਸ਼ਾਂ ਦੇ ਨਾਲ ਸਰਹੱਦ ਲੱਗਦੀ ਹੈ, ਕਿਹੜੇ ਉਹ ਦੇਸ਼ ਨੇ? ਇਸ ਪ੍ਰੋਗਰਾਮ ਦੇ ਦੌਰਾਨ ਹੀ ਅਸੀਂ ਤੁਹਾਨੂੰ ਸਵਾਲ ਦਾ ਜਵਾਬ ਪੂਰੀ ਜਾਣਕਾਰੀ ਦੇ ਨਾਲ ਦੱਸਾਂਗੇ। ਹੁਣ ਅੱਗੇ ਵਧਦੇ ਹਾਂ ਤੇ ਗੱਲ ਅੰਮ੍ਰਿਤਪਾਲ ਸਿੰਘ ਦੀ। ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਨੇ ਜਲੰਧਰ ਦੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਵਿੱਚ ਰੱਖੇ ਬੈਂਚਾਂ ਨੂੰ ਪੁੱਟ ਕੇ ਬਾਹਰ ਸੁੱਟਿਆ ਅਤੇ ਫਿਰ ਅੱਗ ਦੇ ਹਵਾਲੇ ਕਰ ਦਿੱਤਾ। ਤੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਆਪਣੇ ਜਥੇ ਦੇ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਸਨ, ਜਿੱਥੇ ਅੰਮ੍ਰਿਤਪਾਲ ਤੇ ਉਹਨਾਂ ਦੇ ਸਮਰਥਕਾਂ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਪਈਆਂ ਕੁਰਸੀਆਂ ਪਹਿਲਾਂ ਬਾਹਰ ਸੁੱਟੀਆਂ ਤੇ ਫਿਰ ਉਹਨਾਂ ਦੇ ਵਿੱਚ ਅੱਗ ਲਗਾ ਦਿੱਤੀ। ਅੰਮ੍ਰਿਤਪਾਲ ਦੇ ਸਮਰਥਕਾਂ ਨੇ ਤਰਕ ਦਿੱਤਾ ਹੈ ਕਿ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਬੈਂਚ ਕੁਰਸੀਆਂ ਰੱਖਣਾ ਗੁਰੂ ਦਾ ਅਪਮਾਨ ਹੈ। ਕੁਰਸੀਆਂ ਅਤੇ ਬੈਂਚਾਂ ਦੀ ਬੁਰੀ ਤਰ੍ਹਾਂ ਭੰਨਤੋੜ ਵੀ ਕੀਤੀ ਗਈ ਅਤੇ ਗੁਰੂ ਘਰ ਦੇ ਬਾਹਰ ਰੱਖੇ ਬੈਂਚਾਂ ਨੂੰ ਵੀ ਸਾੜ ਦਿੱਤਾ ਗਿਆ। ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਤੇ ਇਹ ਰੌਲਾ ਰੱਪਾ ਕਰੀਬ 2 ਤੋਂ 3 ਘੰਟੇ ਜਾਰੀ ਰਿਹਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਕਪੂਰਥਲਾ ਦੇ ਗੁਰੂ ਘਰ ਦੇ ਵਿੱਚ ਰੱਖੇ ਬੈਂਚ ਕੁਰਸੀਆਂ ਨੂੰ ਵੀ ਅੰਮ੍ਰਿਤਪਾਲ ਦੇ ਸਮਰਥਕਾਂ ਨੇ ਅੱਗ ਲਗਾ ਕੇ ਸਾੜ ਦਿੱਤਾ ਸੀ। ਤਾਂ ਅੰਮ੍ਰਿਤਪਾਲ ਦੇ ਸਮਰਥਕਾਂ ਦੇ ਵੱਲੋਂ ਗੁਰੂ ਘਰ ਦੇ ਵਿੱਚ ਬੈਂਚ ਪੁੱਟ ਦਿੱਤੇ ਗਏ ਤੇ ਫਿਰ ਉਹਨਾਂ ਨੂੰ ਅੱਗ ਲਗਾ ਦਿੱਤੀ ਗਈ। ਅੰਮ੍ਰਿਤਪਾਲ ਦੇ ਵੱਲੋਂ ਗੁਰੂ ਘਰ ਦੇ ਵਿੱਚ ਕੀਤੀ ਭੰਨਤੋੜ ਦਾ ਗ੍ਰੰਥੀ ਸਿੰਘ ਨੇ ਵੀ ਤਿੱਖਾ ਵਿਰੋਧ ਕੀਤਾ ਹੈ। ਤੇ ਮਾਡਲ ਟਾਊਨ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਅੰਮ੍ਰਿਤਪਾਲ ਦੇ ਤਰੀਕੇ ਨੂੰ ਗਲਤ ਕਰਾਰ ਦਿੱਤਾ। ਉਹਨਾਂ ਨੇ ਇਲਜ਼ਾਮ ਲਗਾਇਆ ਕਿ ਅੰਮ੍ਰਿਤਪਾਲ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਸਾਹਿਬ ਵੱਲ ਪਿੱਠ ਕਰਕੇ ਖੜਾ ਹੋ ਗਿਆ ਤੇ ਉਹਨਾਂ ਨੂੰ 2 ਮਿੰਟਾਂ ਅੰਦਰ ਇਤਿਹਾਸਿਕ ਕਥਾ ਬੰਦ ਕਰਨ ਦੇ ਹੁਕਮ ਸੁਣਾ ਦਿੱਤੇ। ਪਰ ਉਹਨਾਂ ਨੇ ਮੱਥਾ ਟੇਕ ਕੇ ਬੈਠਣ ਦੀ ਬਜਾਏ ਕੁਰਸੀਆਂ ਵਾਲੇ ਪਾਸੇ ਚਲੇ ਗਏ ਤੇ ਮਹਾਰਾਜ ਵੱਲ ਨੂੰ ਪਿੱਠਾਂ ਕਰਕੇ ਸਾਰੇ ਖੜੇ ਹੋ ਗਏ। ਸੁਨੇਹਾ ਭੇਜ ਦੇ ਕਿ ਭਾਈ ਸਾਹਿਬ ਜੀ ਤੁਸੀਂ ਕਥਾ ਦੀ ਫਤਿਹ ਬੁਲਾਓ, ਪਰ ਉਹਨਾਂ ਨੇ ਇਸ ਤਰ੍ਹਾਂ ਕੋਈ ਨਹੀਂ ਕੀਤਾ। ਸਗੋਂ ਮਤਲਬ ਇੱਕ ਤਰ੍ਹਾਂ ਦਾ ਆਪਾਂ ਜਿਵੇਂ ਹੁਕਮ ਕਰਦੇ ਕਿਸੇ ਨੂੰ ਕਿ ਭਾਈ ਸਾਹਿਬ ਫਤਿਹ ਬੁਲਾ ਦਿਓ, ਬਸ 2 ਮਿੰਟ ਦਿਓ, ਇਦਾਂ ਨਹੀਂ ਹੁੰਦਾ ਗੁਰੂ ਘਰ 'ਚ ਟਾਈਮ। ਗ੍ਰੰਥੀ ਸਿੰਘ ਦੇ ਵੱਲੋਂ ਉਹ ਥਾਂ ਵੀ ਦਿਖਾਈ ਗਈ ਜਿੱਥੇ ਕੁਰਸੀਆਂ ਲਗਾਈਆਂ ਗਈਆਂ ਜੋ ਕਿ ਦਰਬਾਰ ਸਾਹਿਬ ਤੋਂ ਕਰੀਬ 1.5 ਤੋਂ 2 ਫੁੱਟ ਨੀਵੀਂ ਹੈ। ਉਹਨਾਂ ਅੰਮ੍ਰਿਤਪਾਲ ਤੋਂ ਕੁਰਸੀਆਂ ਸਾੜਨ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਹੁਕਮਨਾਮੇ ਦੀ ਮੰਗ ਵੀ ਕੀਤੀ। ਹਾਲਾਂਕਿ ਸਾਡਾ ਹਾਲ ਸੈਪਰੇਟ ਹੈ, ਤੁਸੀਂ ਦੇਖ ਹੀ ਲਿਆ। ਦਰਵਾਜ਼ਾ ਬਾਹਰ ਦੀ ਆਉਂਦਾ ਆ, ਬਾਹਰ ਦੀ ਆਣ ਕੇ ਇੱਥੇ ਸੰਗਤ ਜਿਹੜੀ ਸਾਡੀ ਉਹ ਬਹਿੰਦੀ ਹੈ ਔਰ ਉਹਨਾਂ ਦੇ ਬੈਠਣ ਦਾ ਤਰੀਕਾ ਵੀ ਦੇਖੀਏ ਤਾਂ ਐਸਾ ਵਾ ਵੀ ਉਹ ਇੰਨੇ ਨੀਵੇਂ ਮਤਲਬ ਹੈਗੇ ਆ ਵੀ ਉਹਨਾਂ ਦਾ ਸਿਰਫ ਗਰਦਨ ਨਜ਼ਰ ਆਉਂਦੀ। ਤੇ ਹੁਣ ਇਸ ਘਟਨਾ ਤੋਂ ਬਾਅਦ ਜਿੱਥੇ ਗੁਰਦੁਆਰਾ ਪ੍ਰਬੰਧਕਾਂ 'ਚ ਰੋਸ ਹੈ, ਉੱਥੇ ਹੀ ਅੰਮ੍ਰਿਤਪਾਲ ਦੇ ਖਿਲਾਫ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਵੀ ਕਰ ਦਿੱਤੀ ਗਈ ਹੈ। ਤਾਂ ਪੁਲਿਸ ਕੀ ਐਕਸ਼ਨ ਕਰਦੀ ਹੈ ਉਸ ਦੇ ਉੱਤੇ ਵੀ ਨਜ਼ਰ ਰਹੇਗੀ। ਖੈਰ, ਜਦੋਂ ਗੁਰੂ ਘਰ ਦੇ ਵਿੱਚ ਜਾ ਕੇ ਜ਼ਿਕਰ ਮਰਿਆਦਾ ਦਾ ਹੋਵੇ ਪਰ ਮਰਿਆਦਾ ਦਾ ਖੁਦ ਹੀ ਧਿਆਨ ਨਾ ਰੱਖਿਆ ਜਾਵੇ, ਜਿਵੇਂ ਇਲਜ਼ਾਮ ਲੱਗ ਰਹੇ ਨੇ ਕਿ ਗੁਰੂ ਸਾਹਿਬ ਵਾਲੇ ਪਾਸੇ ਪਿੱਠ ਕਰਕੇ ਖੜੇ ਹੋ ਗਏ ਜਿਹੜੇ ਲੋਕ ਉੱਥੇ ਪਹੁੰਚੇ ਸੀ, ਯਾਨੀ ਕਿ ਮਰਿਆਦਾ ਦਾ ਖੁਦ ਉਹਨਾਂ ਨੇ ਧਿਆਨ ਨਹੀਂ ਰੱਖਿਆ ਤੇ ਬਾਕੀਆਂ ਨੂੰ ਮਰਿਆਦਾ ਦਾ ਪਾਠ ਪੜ੍ਹਾ ਰਹੇ ਸਨ। ਜਦੋਂ ਇਸ ਤਰੀਕੇ ਨਾਲ ਹੋਵੇ ਫਿਰ ਫਰਕ ਤਾਂ ਪੈਂਦਾ ਹੈ। ਉਧਰ ਬੈਂਚ ਸਾੜਨ ਦਾ ਹਰ ਪਾਸੇ ਤਾਂ ਵਿਰੋਧ ਹੋ ਰਿਹਾ ਹੈ। ਇਸ ਵਿਚਾਲੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਅੰਮ੍ਰਿਤਪਾਲ ਦੀ ਕਾਰਵਾਈ ਦੇ ਉੱਤੇ ਸਵਾਲ ਚੁੱਕੇ।
ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਬੈਂਚ ਸਾੜਨ ਦਾ ਤਿੱਖਾ ਵਿਰੋਧ ਕੀਤਾ ਹੈ। ਢੱਡਰੀਆਂ ਵਾਲਿਆਂ ਨੇ ਬਜ਼ੁਰਗਾਂ ਦੇ ਬੈਂਚਾਂ ਤੇ ਬੈਠਣ ਨੂੰ ਮਜਬੂਰੀ ਕਰਾਰ ਦਿੱਤਾ ਤੇ ਇਸ ਨੂੰ ਬੇਅਦਬੀ ਮੰਨਣ ਤੋਂ ਇਨਕਾਰ ਕਰਦਿਆਂ ਗੁਰਬਾਣੀ ਤੋਂ ਬੇਮੁਖ ਹੋਣਾ ਤੇ ਸਿੱਖ ਮਰਿਆਦਾ ਦੇ ਉਲਟ ਚੱਲਣ ਨੂੰ ਬੇਅਦਬੀ ਦੱਸਿਆ। ਕੋਡੇ ਨਵੇਂ ਪਵਾਏ ਐ, ਬੈਠ ਨਹੀਂ ਹੁੰਦਾ। ਮੈਂ ਮਜਬੂਰੀ ਬਸ ਪਿੱਛੇ ਬਹਿ ਗਿਆ। ਕੋਈ ਬਜ਼ੁਰਗ ਮਾਤਾ ਆ ਗਈ, ਉਹ ਵਿਚਾਰੀ ਪਿੱਛੇ ਬਹਿ ਕੇ ਬੈਠੀ, ਕਹਿੰਦੀ ਕਿਤੇ ਬਹਿ ਨਹੀਂ ਹੁੰਦਾ। ਉਹ ਕੋਈ ਗੁਰੂ ਦੇ ਸ਼ਰੀਕ ਨਹੀਂ ਬਣਦੇ। ਢੱਡਰੀਆਂ ਵਾਲੇ ਨੇ ਬਿਨਾਂ ਨਾਮ ਲਏ ਇਲਜ਼ਾਮ ਲਗਾਇਆ ਕਿ ਅੰਮ੍ਰਿਤਪਾਲ ਅਤੇ ਉਸਦੇ ਸਮਰਥਕ ਵੱਡਿਆਂ ਤੇ ਕਾਰਵਾਈ ਕਰਨ ਦੀ ਬਜਾਏ ਛੋਟੇ-ਮੋਟੇ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਵੱਡਿਆਂ ਨੂੰ ਨਹੀਂ ਕਹਿੰਦੇ, ਆ ਨਿੱਕੇ ਨਿੱਕੇ ਜਿਹੜੇ ਵਿਚਾਰੇ ਨੇ ਉਹਨਾਂ ਨੂੰ ਕਹਿਣਗੇ ਤੇਰੀਆਂ ਕੁਰਸੀਆਂ ਨੂੰ ਅੱਗ ਲਾਵਾਂਗੇ, ਤੇਰੇ ਵਾਲੇ ਬੈਂਚ ਫੂਕਾਂਗੇ ਜਿਹਦੇ ਤੇ ਬੈਠਦੇ ਹੋ ਤੁਸੀਂ, ਤੁਹਾਨੂੰ ਬਹਿਣ ਨਹੀਂ ਦੇਣਾ, ਵੇਖ ਕਿਉਂ ਕਰਦੇ ਆਗੇ ਤੁਹਾਡਾ ਕੰਮ। ਕੁੱਲ ਮਿਲਾ ਕੇ ਅੰਮ੍ਰਿਤਪਾਲ ਦੀ ਕਾਰਵਾਈ ਦਾ ਹਰ ਪਾਸੇ ਵਿਰੋਧ ਹੋਣ ਲੱਗਿਆ ਹੈ, ਜਦਕਿ ਅੰਮ੍ਰਿਤਪਾਲ ਦਾ ਤਰਕ ਹੈ ਕਿ ਮਹਾਰਾਜ ਦੇ ਤਖਤ ਯਾਨੀ ਕਿ ਪਾਲਕੀ ਸਾਹਿਬ ਦੇ ਬਰਾਬਰ ਕੁਰਸੀ ਜਾਂ ਮੇਜ਼ ਢਾ ਕੇ ਬਹਿਣਾ ਗੁਰੂ ਦੀ ਬੇਅਦਬੀ ਹੈ। ਫਿਲਹਾਲ ਮਾਮਲੇ ਤੇ ਰੇੜਕਾ ਬਰਕਰਾਰ ਹੈ। ਜਿਹਾ ਰੇੜਕਾ ਬਰਕਰਾਰ ਹੈ, ਪਰ ਦੂਜੇ ਪਾਸੇ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਮਰਥਕਾਂ ਦੇ ਵੱਲੋਂ ਜੋ ਬੈਂਚ ਸਾੜੇ ਗਏ ਉਸ ਦਾ ਵਿਰੋਧ ਜ਼ਰੂਰ ਹੋ ਰਿਹਾ ਹੈ। ਉਧਰ ਬਲਜੀਤ ਸਿੰਘ ਦਾਦੂਵਾਲ ਨੇ ਤਾਂ ਇਸ ਪੂਰੇ ਵਾਕਿਏ ਨੂੰ ਹੀ ਤਾਲੀਬਾਨੀ ਕਰਾਰ ਦੇ ਦਿੱਤਾ। ਅੰਮ੍ਰਿਤਪਾਲ ਸਿੰਘ ਹੁਣਾਂ ਨੇ ਹਟਾਏ ਆ, ਚੰਗੀ ਗੱਲ ਆ, ਪਰ ਉਹਨਾਂ ਨੂੰ ਪਿਆਰ ਦਾ ਰਸਤਾ ਅਪਣਾਉਣਾ ਚਾਹੀਦਾ। ਜਿਹੜਾ ਇਹ ਰਸਤਾ ਵਾ ਕਿ ਕੱਢ ਕੇ ਬਾਹਰ ਸਾੜ ਦਿਓ, ਭੰਨ ਦਿਓ, ਇਹਦੇ ਨਾਲ ਇੱਕ ਤਾਲਿਬਾਨੀ ਜਿਹੜਾ ਤਰੀਕਾ ਨਾ ਉਹ ਸਾਹਮਣੇ ਆਉਂਦਾ, ਉਹਨੂੰ ਸੰਗਤ ਐਕਸੈਪਟ ਨਹੀਂ ਕਰਦੀ। ਮੈਂ ਅਪੀਲ ਕਰਨਾ ਚਾਹੁੰਦਾ ਭਾਈ ਅੰਮ੍ਰਿਤਪਾਲ ਸਿੰਘ ਹੁਣਾਂ ਨੂੰ ਕਿ ਜਿਹੜਾ ਤੁਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਨੂੰ ਲਾਗੂ ਕਰਵਾ ਰਹੇ ਹੋ ਤੇ ਪਿਆਰ ਦੇ ਰਸਤੇ ਨਾਲ ਕਰਾਓ, ਕਿ ਅੱਜ ਜਿਹੜਾ ਸਮਾਂ ਹੈ ਉਹ ਹੋਰ। ਤੇ ਹੁਣ ਗੱਲ ਸੰਗਤ ਦੀ ਵੀ, ਉਹ ਕੀ ਸੋਚਦੀ ਹੈ ਉਹ ਵੀ ਤੁਹਾਨੂੰ ਦੱਸਦੇ ਹਾਂ। ਅੰਮ੍ਰਿਤਪਾਲ ਦੇ ਜਥੇ ਨੇ ਜਿਹੜੇ ਬੈਂਚ ਕੁਰਸੀਆਂ ਤੋੜੇ ਉਹ ਬਜ਼ੁਰਗਾਂ ਦੇ ਲਈ ਲਗਾਏ ਗਏ ਸੀ, ਜਿਸ ਤੋਂ ਹੁਣ ਬਜ਼ੁਰਗ ਵੀ ਖਫਾ ਨਜ਼ਰ ਆਏ। ਨਿਊਜ਼ 18 ਦੇ ਨਾਲ ਗੱਲਬਾਤ ਦੌਰਾਨ ਮਾਡਲ ਟਾਊਨ ਗੁਰਦੁਆਰਾ ਸਾਹਿਬ ਪਹੁੰਚੇ ਬਜ਼ੁਰਗਾਂ ਨੇ ਅੰਮ੍ਰਿਤਪਾਲ ਤੋਂ ਤਿੱਖੇ ਸਵਾਲ ਪੁੱਛੇ ਤੇ ਹੁਣ ਜਦੋਂ ਬੈਂਚ ਕੁਰਸੀਆਂ ਤੋੜ ਦਿੱਤੇ ਗਏ ਨੇ ਤਾਂ ਉਹ ਕਿੱਥੇ ਬੈਠ ਕੇ ਅਤੇ ਕਿਵੇਂ ਗੁਰਬਾਣੀ ਸਰਵਣ ਕਰਨ। ਕਈ ਬਜ਼ੁਰਗ ਤਾਂ ਗੁਰੂ ਘਰ ਦੇ ਬਾਹਰ ਥੜੇ ਦੇ ਉੱਤੇ ਬੈਠ ਕੇ ਗੁਰਬਾਣੀ ਦਾ ਪਾਠ ਕਰਦੇ ਨਜ਼ਰ ਆਏ। ਪਰ ਅੱਜ ਸਾਡਾ ਸਾਰਾ ਸ਼ਹਿਰ ਜਲੰਧਰ ਬਹੁਤ ਨਿਰਾਸ਼ ਆ, ਕੋਈ ਬੋਲ ਨਹੀਂ ਰਿਹਾ। ਇਹਦੇ ਵਿੱਚ ਮੈਂ ਕਿਸੇ ਵੀ ਮੁਹਿੰਮ ਚਲਾਉਣ ਵਾਲੇ ਨੂੰ ਕੋਈ ਬਹੁਤਾ ਸ਼ਾਬਾਸ਼ ਨਹੀਂ ਦਊਂਗਾ। ਇਹ ਨਲਾਇਕੀ ਸਰਕਾਰ ਦੀ ਹੈ। ਜਦੋਂ ਸਰਕਾਰ ਤੇ ਲੀਡਰਲੈਸ ਲੋਕ ਹੁੰਦੇ ਆ ਨਾ, ਉਦੋਂ ਇਦਾਂ ਦੇ ਚਿਹਰੇ ਉਤਪੰਨ ਹੁੰਦੇ ਆ। ਜਦਕਿ ਗੁਰੂ ਘਰ ਪਹੁੰਚੀ ਹੋਰ ਸੰਗਤ ਨੇ ਕਾਰਵਾਈ ਨੂੰ ਗਲਤ ਦੱਸਿਆ ਤੇ ਭੰਨਤੋੜ ਕਰਨ ਵਾਲਿਆਂ ਨੂੰ ਸਿੱਖ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ। ਹੋਣੀਆਂ ਚਾਹੀਦੀਆਂ। ਦੇਖੋ ਸਾਡੇ ਵਰਗੇ ਬਜ਼ੁਰਗ ਥੱਲੇ ਨਹੀਂ ਬੈਠ ਸਕਦੇ ਕਿਉਂਕਿ ਉਹ ਬਿਲਕੁਲ ਹਟਵੀਂ ਜਗ੍ਹਾ ਬਣਾਈ ਗਈ ਹੈ। ਹਟਵੀਂ ਜਗ੍ਹਾ ਪਰਲੇ ਪਾਸੇ ਬਣੀ ਗਈ, ਪਰ ਅਸੀਂ ਲੋਕੀ ਬਜ਼ੁਰਗ ਕਿੱਥੇ ਜਾਈਏ? ਗੁਰਦੁਆਰੇ ਆਨੇ ਅੱਧਾ ਘੰਟਾ ਬੈਠੀਏ, ਕੁਛ ਥੱਲੇ ਬੈਠਿਆ ਨਹੀਂ ਜਾਂਦਾ ਸਾਡੇ ਕੋਲੋਂ। ਇਹ ਗਲਤ ਗੱਲ ਹੈਗੀ ਉਹਨਾਂ ਦੀ। ਤੇ ਸਿੱਖ ਸੰਗਤਾਂ ਅੰਮ੍ਰਿਤਪਾਲ ਦੀ ਕਾਰਵਾਈ ਦਾ ਵਿਰੋਧ ਕਰ ਰਹੀਆਂ ਨੇ, ਜਦਕਿ ਅੰਮ੍ਰਿਤਪਾਲ ਤੇ ਉਸਦੇ ਸਮਰਥਕ ਇਸ ਪਿੱਛੇ ਆਪਣੇ ਹੀ ਤਰਕ ਦੇ ਰਹੇ ਨੇ। ਖੈਰ, ਜਦੋਂ ਆਪਣੀ ਗੱਲ ਦੇ ਜਿਸ ਕਿਸੇ ਗੱਲ ਦੇ ਉੱਤੇ ਇਤਰਾਜ਼ ਹੋਵੇ ਤੇ ਆਪਣੀ ਗੱਲ ਰੱਖਣ ਦੇ ਲਈ ਦਬੰਗਾਈ ਤਰੀਕਾ ਅਪਣਾਇਆ ਜਾਵੇ, ਫਿਰ ਫਰਕ ਤਾਂ ਪੈਂਦਾ ਹੈ। ਹੁਣ ਅੱਗੇ ਵਧਦੇ ਹਾਂ ਤੇ ਗੱਲ ਬਲਜੀਤ ਸਿੰਘ ਦਾਦੂਵਾਲ ਦੀ। ਉਹਨਾਂ ਨੇ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਦਾਦੂਵਾਲ ਨੇ 13 ਅਗਸਤ 2020 ਨੂੰ ਹੋਈਆਂ ਚੋਣਾਂ ਦੇ ਵਿੱਚ ਝਿੰਡਾ ਧਿਰ ਦੇ ਜਸਬੀਰ ਸਿੰਘ ਖਾਲਸਾ ਨੂੰ 2 ਵੋਟਾਂ ਦੇ ਨਾਲ ਹਰਾ ਕੇ ਜਿੱਤ ਹਾਸਲ ਕੀਤੀ ਸੀ। ਹਰਿਆਣਾ ਸਰਕਾਰ ਦੇ ਵੱਲੋਂ 38 ਮੈਂਬਰੀ ਐਡ ਹੌਕ ਕਮੇਟੀ ਦਾ ਹੁਣ ਗਠਨ ਕੀਤਾ ਗਿਆ ਹੈ। 21 ਦਸੰਬਰ ਨੂੰ ਹੁਣ ਪ੍ਰਧਾਨਗੀ ਦੇ ਲਈ ਵੋਟਾਂ ਪੈਣਗੀਆਂ, ਜਿਸ ਦੇ ਵਿੱਚ ਦਾਦੂਵਾਲ ਆਪਣੀ ਦਾਅਵੇਦਾਰੀ ਠੋਕ ਰਹੇ ਨੇ। ਤਾਂ ਹੁਣ 21 ਤਰੀਕ ਨੂੰ ਆਉਣ ਵਾਲੀ 21 ਦਸੰਬਰ ਨੂੰ ਕੁਰੂਕਸ਼ੇਤਰ ਦੇ ਵਿੱਚ ਗੁਰਦੁਆਰਾ ਸਾਹਿਬ ਪਾਤਸ਼ਾਹੀ 6ਵੀਂ, ਜੋ ਸਾਡਾ ਹਰਿਆਣਾ ਕਮੇਟੀ ਦਾ ਮੁੱਖ ਦਫ਼ਤਰ ਵੀ ਹੈ, 2 ਸਬ ਦਫ਼ਤਰ ਨੇ, ਇੱਕ ਮੁੱਖ ਦਫ਼ਤਰ ਹੈ, ਤਾਂ ਉੱਥੇ ਐਕਟ ਅਨੁਸਾਰ ਮਾਨਯੋਗ ਡੀਸੀ ਸਾਹਿਬਾਨ, ਜਿਵੇਂ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਉੱਥੋਂ ਦੇ ਡੀਸੀ ਸਾਹਿਬ ਦੀ ਹਾਜ਼ਰੀ 'ਚ ਚੋਣ ਹੁੰਦੀ ਪਹਿਲਾਂ, ਤਾਂ ਇਸੇ ਤਰ੍ਹਾਂ ਇਹ ਪਹਿਲੀ ਚੋਣ ਹੋਣੀ ਹੈ ਸਾਡਾ ਹੌਕ ਦੀ। ਤਾਂ ਮਾਨਯੋਗ ਡੀਸੀ ਸਾਹਿਬ ਜਿਹੜੇ ਕੁਰੂਕਸ਼ੇਤਰ ਨੇ ਉਹਨਾਂ ਨੇ ਚੋਣ ਕਰਾਉਣੀ ਆ। ਅਸਤੀਫੇ ਦੇ ਬਾਵਜੂਦ ਦਾਦੂਵਾਲ ਫਿਲਹਾਲ ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਰਹਿਣਗੇ, ਜਦੋਂ ਤੱਕ ਚੋਣ ਤੋਂ ਬਾਅਦ ਨਵਾਂ ਪ੍ਰਧਾਨ ਨਹੀਂ ਥਾਪਿਆ ਜਾਂਦਾ। ਦਾਅਵੇਦਾਰੀ ਉਹਨਾਂ ਦੇ ਵੱਲੋਂ ਇੱਕ ਵਾਰ ਫਿਰ ਤੋਂ ਪ੍ਰਧਾਨਗੀ ਦੇ ਲਈ ਠੋਕੀ ਜਾ ਰਹੀ ਹੈ। 21 ਦਸੰਬਰ ਨੂੰ ਪ੍ਰਧਾਨਗੀ ਦੀ ਚੋਣ ਹੋਵੇਗੀ। ਦਾਦੂਵਾਲ ਦੁਬਾਰਾ ਪ੍ਰਧਾਨ ਬਣਦੇ ਨੇ ਜਾਂ ਨਹੀਂ, 21 ਤਰੀਕ ਨੂੰ ਹੀ ਕਲੀਅਰ ਹੋ ਸਕੇਗਾ। ਉਧਰ ਅਕਾਲੀ MP ਹਰਸਿਮਰਤ ਕੌਰ ਬਾਦਲ ਨੇ ਪਾਰਲੀਮੈਂਟ ਦੇ ਵਿੱਚ ਕਿਸਾਨਾਂ ਦਾ ਮੁੱਦਾ ਚੁੱਕਿਆ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਦਿਨੋਂ ਦਿਨ ਖੇਤੀ ਦੀ ਲਾਗਤ ਵਧ ਰਹੀ ਹੈ, ਪਰ ਕਿਸਾਨਾਂ ਨੂੰ ਦਿੱਤੀ ਜਾਣ ਵਾਲੀ MSP ਦੇ ਵਿੱਚ ਇਜ਼ਾਫਾ ਨਾਮਾਤਰ ਹੋ ਰਿਹਾ ਹੈ। ਸਾਬਕਾ ਕੇਂਦਰੀ ਮੰਤਰੀ ਨੇ ਸਰਕਾਰ ਨੂੰ ਕਿਸਾਨ ਅੰਦੋਲਨ ਦੇ ਦੌਰਾਨ ਕੀਤੇ ਗਏ ਲਿਖਤੀ ਵਾਅਦੇ ਵੀ ਯਾਦ ਦਿਵਾਏ। MSP ਬਾਕੀ ਫਸਲਾਂ ਦੇ ਉੱਤੇ ਦੇਣ ਦੀ ਮੰਗ ਵੀ ਕੀਤੀ ਗਈ। ਕਿਸਾਨੀ ਯੰਤਰ ਦੇ ਉੱਤੇ 28% ਤੇ ਕੱਲੇ GST। ਜੇ ਆਪਾਂ ਹਰ ਚੀਜ਼ ਦੀ ਦੇਖੀ ਜਾਏ, ਜੇ ਅੱਜ ਕਿਸਾਨ ਨੂੰ ਆਪਣੀ ਫਸਲ ਦੀ ਕਟਾਈ ਵੀ ਕਰਨੀ ਹੈ ਤੇ ਜੇ 2014 ਤੇ ਉਹ ਕੰਬਾਈਨ ਦੀ ਕਟਾਈ ਵਾਸਤੇ ਉਹ 800 ਰੁਪਏ ਏਕੜ ਹੁੰਦਾ ਸੀ, ਉਹ 1500 'ਚ ਪਹੁੰਚ ਗਿਆ ਤੇ ਇਹ ਕਣਕ ਵਾਸਤੇ ਤੇ ਝੋਨੇ ਵਾਸਤੇ ਜਿਹੜਾ 900 ਹੁੰਦਾ ਸੀ ਉਹ 2000 ਤੋਂ ਵੀ ਟੱਪ ਗਿਆ ਹੈ। ਸੋ ਦੁਗਣੀ ਆਮਦਨ ਤਾਂ ਪਤਾ ਨਹੀਂ, ਲੇਕਿਨ ਕੀਮਤਾਂ ਜ਼ਰੂਰ ਕਿਸਾਨ ਦੀ ਜਿਹੜੀ ਇਨਪੁਟ ਕਾਸਟ ਹੁੰਦੀ ਹੈ ਉਹ ਦੁਗਣੀ ਤੋਂ ਵੀ ਵੱਧ ਹੋ ਗਈ ਹੈ। ਤੇ MSP 'ਚ ਜਿਹੜਾ ਵਾਅਦਾ ਹੋਇਆ ਹੈ, ਜੇ 2014 ਤੇ ਕਣਕ 1400 ਸੀਗੀ, ਅੱਜ 2100 ਹੈਗੀ। ਜੇ ਝੋਨਾ 1350 ਸੀਗਾ ਤੇ ਅੱਜ 1980 ਦੇ ਨੇੜੇ ਹੈਗਾ। ਕੱਲੇ 2% ਇਨਕਰੀਜ਼ ਹੋਈ ਹੈ MSP ਦੇ ਉੱਤੇ ਤੇ 100% ਤੇ ਇਸ ਤੋਂ ਵੀ ਵੱਧ ਇਨਕਰੀਜ਼ ਹੋ ਗਈ ਸਭ ਇਨਪੁਟ ਕਾਸਟ 'ਚ। ਮੈਂ ਆਹੀ ਪੁੱਛਣਾ ਤਾਂ MSP ਦੇ ਮੁੱਦੇ ਦੇ ਉੱਤੇ ਹਰਸਿਮਰਤ ਕੌਰ ਬਾਦਲ ਪਾਰਲੀਮੈਂਟ ਦੇ ਵਿੱਚ ਸਵਾਲ ਚੁੱਕ ਰਹੇ ਸਨ। ਖਾਸ ਤੌਰ ਤੇ ਕਿਸਾਨਾਂ ਦੀ ਆਮਦਨ ਦੁੱਗਣਾ ਕਰਨ ਵਾਲੇ ਵਾਅਦੇ ਦੇ ਉੱਤੇ ਸਵਾਲ ਕੀਤੇ ਗਏ। ਹੁਣ ਅੱਗੇ ਵਧਦੇ ਹਾਂ ਤੇ ਗੱਲ 13 ਦਸੰਬਰ ਦੇ ਇਤਿਹਾਸ ਦੀ ਹੋਏਗੀ। 13 ਦਸੰਬਰ ਦਾ ਇਤਿਹਾਸ ਪਾਰਲੀਮੈਂਟ ਦੇ ਨਾਲ ਵੀ ਜੁੜਿਆ ਹੋਇਆ ਹੈ। ਸੰਸਦ ਭਵਨ ਦੇ ਉੱਤੇ 13 ਦਸੰਬਰ ਦੇ ਦਿਨ ਹਮਲਾ ਹੋਇਆ ਸੀ। ਜਿਵੇਂ 13 ਦਸੰਬਰ 2001 ਨੂੰ ਪਾਰਲੀਮੈਂਟ ਭਵਨ ਦੇ ਵਿੱਚ ਦਹਿਸ਼ਤਗਰਦੀ ਵੜ ਗਏ ਸਨ ਤੇ ਦਹਿਸ਼ਤਗਰਦੀ ਹਮਲੇ ਦੀ 21ਵੀਂ ਬਰਸੀ ਹੈ। 13 ਦਸੰਬਰ ਨੂੰ 21 ਸਾਲ ਪਹਿਲਾਂ ਲੋਕਤੰਤਰ ਦਾ ਮੰਦਰ ਕਹੇ ਜਾਣ ਵਾਲੇ ਭਾਰਤੀ ਪਾਰਲੀਮੈਂਟ ਦੇ ਉੱਤੇ ਦਹਿਸ਼ਤਗਰਦੀ ਹਮਲਾ ਹੋਇਆ। 13 ਦਸੰਬਰ ਦੇ ਹੀ ਦਿਨ ਪਾਰਲੀਮੈਂਟ ਭਵਨ ਦੇ ਵਿੱਚ ਉਸ ਸਮੇਂ ਦਹਿਸ਼ਤਗਰਦੀ ਹਮਲਾ ਹੋਇਆ ਸੀ ਜਦੋਂ ਸਰਦਰੁੱਤ ਇਜਲਾਸ ਚੱਲ ਰਿਹਾ ਸੀ। ਜਿਵੇਂ ਮੌਜੂਦਾ ਸਮੇਂ ਦੇ ਵਿੱਚ ਪਾਰਲੀਮੈਂਟ 'ਚ ਸਰਦਰੁੱਤ ਇਜਲਾਸ ਜਾਰੀ ਹੈ ਤੇ ਪਾਕਿਸਤਾਨ ਤੋਂ ਆਏ 5 ਦਹਿਸ਼ਤਗਰਦਾਂ ਨੇ ਪਾਰਲੀਮੈਂਟ ਭਵਨ ਦੇ ਵਿੱਚ ਵੜ ਕੇ ਗੋਲੀਬਾਰੀ ਕੀਤੀ ਔਰ ਇਸ ਦਹਿਸ਼ਤਗਰਦੀ ਹਮਲੇ ਵਿੱਚ ਦੇਸ਼ ਦੇ 9 ਵੀਰ ਸਪੂਤਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਸਭ ਤੋਂ ਵੱਡੀ ਕੁਰਬਾਨੀ ਦਿੱਤੀ, ਯਾਨੀ ਕਿ ਉਹ ਸ਼ਹੀਦ ਹੋ ਗਏ ਸਨ।